ਜਿਹੜਾ ਸੰਜੀਵ ਸਾਗਰ ਡੀਐਸਪੀ ਦੇ ਉੱਤੇ ਪਰਚਾ ਦਰਜ ਹੋਇਆ ਹੈ ਤਾਂ ਕੀ ਕਾਰਨ ਕੀ ਰਿਹਾ? ਅਸੀਂ 2009 ਦੇ ਵਿੱਚ ਇਹਨਾਂ ਦੇ ਰੈਂਟ ਤੇ ਆਏ ਸੀ ਸੰਜੀਵ ਸਾਗਰ ਤੇ। ਸਰ ਇਹਨੇ ਆਪਣੇ ਸਾਡੇ ਨਾਲ ਇੰਨੇ ਪਰਿਵਾਰਿਕ ਰਿਸ਼ਤੇ ਬਣਾ ਲਏ ਕਿ ਮੇਰੇ ਹਸਬੈਂਡ ਇਹਨੂੰ ਵੱਡਾ ਭਰਾ ਵਾਂਗੂ ਸਮਝਦੇ ਸੀਗੇ। ਇਹ ਆਪਣੀ ਫੈਮਿਲੀ ਲੈ ਕੇ ਵੀ ਆਉਂਦਾ ਸੀਗਾ, ਅਸੀਂ ਵੀ ਕਦੀ ਕਦੀ ਚਲੇ ਜਾਂਦੇ ਸੀਗੇ। 2009 ਦੇ ਵਿੱਚ ਜੂਨ ਦੇ ਮਹੀਨੇ 'ਚ ਬੱਚਿਆਂ ਨੂੰ ਛੁੱਟੀਆਂ ਸੀ, ਮੈਂ ਘਰ 'ਚ ਇਕੱਲੀ ਸੀ। ਸਰ ਇਹਨੇ ਮੈਨੂੰ ਨੀਚੋਂ ਬੈਲ ਮਾਰੀ, ਮੈਨੂੰ ਇਹਨੇ ਕਿਹਾ ਕਿ ਮੈਨੂੰ ਇੱਕ ਕੱਪ ਚਾਹ ਨੀਚੇ ਦੇ ਜਾਓ। ਚਾਰ ਦੇ ਨੀਚੇ ਗਈ ਤੇ ਸਰ ਇਹਨੇ ਮੇਰੇ ਨਾਲ ਬਦਤਮੀਜ਼ੀ ਕੀਤੀ। ਮੈਂ ਬਹੁਤ ਚੀਕਾਂ ਚੁੱਕਾਂ ਮਾਰੀਆਂ ਤਾਂ ਇਹਨੇ ਮੇਰੇ ਮੂੰਹ ਤੇ ਹੱਥ ਵੀ ਰੱਖਿਆ, ਮੇਰੇ ਥੱਪੜ ਵੀ ਮਾਰੇ 4-5 ਤੇ ਮੈਂ ਗੁੰਮਸੁਮ ਹੋ ਗਈ ਵੀ ਇਹ ਮੇਰੇ ਨਾਲ ਹੋ ਕੀ ਗਿਆ। ਇਹਨੇ ਮੇਰੇ ਬਾਲ ਵੀ ਖਿੱਚੇ, ਮੈਨੂੰ ਗਾਲਾਂ ਵੀ ਕੱਢੀਆਂ, ਮੇਰੇ ਥੱਪੜ ਵੀ ਮਾਰੇ। ਮਤਲਬ ਇਹਨੇ ਫਿਰ ਆਪਣਾ ਗਲਤ ਕੰਮ ਕਰਕੇ ਹੀ ਹਟਿਆ। ਸਰ ਇਹਨੇ ਮੈਨੂੰ ਧਮਕੀਆਂ ਵੀ ਦਿੱਤੀਆਂ ਕਿ ਮੇਰੇ ਹਸਬੈਂਡ ਨੂੰ ਇਹ ਕਿਸੇ ਵੀ ਕੇਸ 'ਚ ਫਸਾ ਦੇਗਾ, ਜੇਲ੍ਹ ਕਰ ਦੇਗਾ, ਅੰਦਰ ਕਰ ਦੇਗਾ। ਜਦੋਂ ਪਹਿਲੀ ਵਾਰ ਤੁਹਾਡੇ ਨਾਲ ਦੁਸ਼ਕਰਮ ਕੀਤਾ ਗਿਆ, ਬਲਾਤਕਾਰ ਹੋਇਆ, ਤਾਂ ਉਸ ਤੋਂ ਬਾਅਦ ਤੁਸੀਂ ਆਪਣੇ ਪਰਿਵਾਰ ਦੇ ਵਿੱਚ ਜਾਂ ਆਪਣੇ ਹਸਬੈਂਡ ਨੂੰ ਦੱਸਣ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ? ਇਹਨੇ ਮੈਨੂੰ ਧਮਕੀਆਂ ਹੀ ਐਸੀਆਂ ਦਿੱਤੀਆਂ ਸੀਗੀਆਂ, ਇਹਨੇ ਰਿਵਾਲਵਰ ਵੀ ਦਿਖਾਈ ਸੀ ਮੈਨੂੰ। ਤਾਂ ਫਿਰ ਕਿਵੇਂ ਕਿੰਨਾ ਕੁ ਚਿਰ ਜਿਹੜਾ ਇਹ ਸਿਲਸਿਲਾ ਚੱਲਦਾ ਰਿਹਾ ਹੈ ਬਲੈਕਮੇਲਿੰਗ ਦਾ? ਸਰ ਇਹ 2015 ਤੱਕ ਇਹ ਚੱਲਦਾ ਰਿਹਾ। 2016 ਦੇ ਵਿੱਚ ਅਸੀਂ ਆਪਣਾ ਮਕਾਨ ਲੈ ਲਿਆ ਸੀਗਾ। ਇਹ 2022 'ਚ ਮੇਰੇ ਬੇਟੇ ਦੇ 1 ਮਹੀਨੇ ਬਾਅਦ ਜਾਣ ਤੋਂ ਬਾਅਦ ਇਹ ਫਿਰ ਮੇਰੇ ਘਰ ਆਇਆ ਨਹੀਂ ਤੇ ਇਹਨੇ ਮੈਨੂੰ ਕਿਹਾ ਕਿ ਮੈਂ ਬਿਮਾਰ ਰਹਿਣਾ, ਤੇਰੇ ਦੋਨੋਂ ਬੱਚੇ ਬਾਹਰ ਚਲੇ ਗਏ ਆ, ਹੁਣ ਤੂੰ ਫ੍ਰੀ ਹੈ ਵੀ ਮੈਨੂੰ ਮੇਰੀ ਮਾਲਿਸ਼ ਕਰਨ ਵਾਸਤੇ ਤੈਨੂੰ ਕਦੇ ਕਦੇ ਆਉਣਾ ਪਏਗਾ। ਤਾਂ ਫਿਰ ਅੱਗੇ ਕਾਰਵਾਈ ਕਿਸ ਤਰ੍ਹਾਂ ਹੋਈ? ਦਰਖਾਸਤ ਜਿਹੜੀ ਪਹਿਲਾਂ ਦਿੱਤੀ, ਜਦੋਂ ਮੈਂ ਆਪਣੇ ਵਾਈਫ ਨੂੰ ਉੱਪਰ ਆ ਕੇ ਸਾਰਾ ਇਨਸੀਡੈਂਟ ਸੁਣਿਆ ਤਾਂ ਇੱਕ ਵਾਰੀ ਤਾਂ ਮੈਂ ਸ਼ੌਟ ਹੋ ਗਿਆ। ਪਹਿਲਾਂ ਤਾਂ ਦਿਲ 'ਚ ਤਾਂ ਬਹੁਤ ਬੁਰੇ ਖਿਆਲ ਆਏ ਵੀ ਇਹ ਕਰਦਾ ਉਹ ਕਰਦਾ। ਫਿਰ ਮੈਂ ਸਾਰੇ ਰਿਸ਼ਤੇਦਾਰ ਯਾਰ ਦੋਸਤਾਂ ਦੀ ਮਦਦ ਨਾਲ ਡੀਜੀਪੀ ਸਾਹਿਬ ਕੋਲੇ ਦਰਖਾਸਤ ਲੈ ਕੇ ਪਹੁੰਚੇ ਅਸੀਂ। ਇਹਦੀ ਇਨਕੁਆਇਰੀ 'ਚ ਸਿੱਟ ਬਿਠਾਤੀ 3 ਮੈਂਬਰਾਂ ਦੀ। ਉਹ ਤਿੰਨੇ ਮੈਂਬਰ ਇਹਦੇ ਕੁਲੀਗ ਨਿਕਲੇ ਤੇ ਮੇਰੇ 'ਤੇ ਪ੍ਰੈਸ਼ਰ ਪਾਇਆ ਗਿਆ ਤਿੰਨੇ ਸਿੱਟ ਦੀ ਟੀਮ ਵੱਲੋਂ ਕਿ ਤੁਸੀਂ ਸਮਝੌਤਾ ਕਰ ਲਓ ਜਾਂ ਸਾਡੇ ਤੋਂ ਦਰਖਾਸਤ ਦੀ ਇਨਕੁਆਇਰੀ ਚੇਂਜ ਕਰਾ ਲਓ। ਤਾਂ ਮੈਂ ਸਿੱਟ ਦੇ ਖਿਲਾਫ ਰਿਟ ਪਟੀਸ਼ਨ ਹਾਈ ਕੋਰਟ, ਮਾਨਯੋਗ ਹਾਈ ਕੋਰਟ ਪਾਈ। ਤਾਂ ਜਿਸ 'ਚ ਡਾਇਰੈਕਸ਼ਨ ਹੋਈ ਸੀ ਕਿ ਸਟੇਟਸ ਰਿਪੋਰਟ 18 ਅਕਤੂਬਰ 2022 ਨੂੰ ਇਹ ਜਮ੍ਹਾਂ ਕਰਾਉਣਗੇ। ਉਸ ਤੋਂ ਬਾਅਦ ਆਈਜੀ ਸਾਹਿਬ ਛੀਨਾ ਸਾਹਿਬ ਨੂੰ ਡਾਇਰੈਕਸ਼ਨ ਕੀਤੀ ਹਾਈ ਕੋਰਟ ਨੇ ਵੀ ਸਿੱਟ ਦੀ ਟੀਮ ਇਹਨਾਂ ਨੂੰ ਪਰੇਸ਼ਾਨ ਨਹੀਂ ਕਰੇਗੀ। ਇਹ 3-4 ਗੱਡੀਆਂ ਲੈ ਕੇ ਤੇ ਲੋਕਲ ਪੁਲਿਸ ਲੈ ਕੇ ਮੇਰੇ ਘਰ ਆਏ, ਜਦ ਕਿ ਹਾਈ ਕੋਰਟ ਦੀ ਡਾਇਰੈਕਸ਼ਨ ਤੋਂ ਬਾਅਦ ਵੀ ਇਹ ਰੁਕੇ ਨਹੀਂ ਹੈ। ਆਈਜੀ ਸਾਹਿਬ ਨੂੰ ਜੋ ਡਾਇਰੈਕਸ਼ਨ ਹੋਈ ਸੀ ਉਸ ਤੋਂ ਬਾਅਦ ਜੀ ਮੈਂ ਇਹਨਾਂ ਦੇ ਖਿਲਾਫ ਕੰਟੈਂਪਟ ਪਾਈ ਹਾਈ ਕੋਰਟ ਦੇ ਵਿੱਚ। ਫਿਰ ਇਹਨਾਂ ਨੇ ਮੇਰਾ ਕੇਸ ਹੀ ਬੰਦ ਕਰਤਾ। ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਤੇ ਮੈਂ ਹਾਂ ਰਣਦੀਪ ਸਿੰਘ। ਤਾਂ ਵਰਦੀ ਇੱਕ ਵਾਰ ਫੇਰ ਜਿਹੜੀ ਹੈ ਉਹ ਦਾਗਦਾਰ ਹੋਈ ਹੈ। ਤਾਂ ਤੁਹਾਨੂੰ ਦੱਸ ਦਈਏ ਇੱਕ ਡੀਐਸਪੀ ਮੌਜੂਦਾ ਜੋ ਕਿ ਡਿਊਟੀ ਤੇ ਹੈ, ਤਾਂ ਉਸਦੇ ਵੱਲੋਂ ਇੱਕ ਦਰਿੰਦਗੀ ਕੀਤੀ ਗਈ ਹੈ। ਇੱਕ ਲੇਡੀ ਦੇ ਉੱਤੇ ਅਤਿਆਚਾਰ ਕੀਤਾ ਗਿਆ ਔਰ ਬਲਾਤਕਾਰ ਦਾ ਹੁਣ ਪਰਚਾ ਜਿਹੜਾ ਹੈਗਾ ਲੰਮੇ ਸਮੇਂ ਤੋਂ ਬਾਅਦ ਜਿਹੜਾ ਉਹ ਦਰਜ ਹੋਇਆ। ਤਾਂ ਇੱਕ ਪਰਿਵਾਰ ਦੇ ਨਾਲ ਮਿਲਾਵਾਂਗੇ, ਪੂਰੀ ਕਹਾਣੀ ਤੁਹਾਨੂੰ ਦੱਸਣਗੇ ਕਿ ਕਿਸ ਤਰ੍ਹਾਂ ਜਿਹੜਾ ਇੱਕ ਡੀਐਸਪੀ ਨੇ ਬਲਾਤਕਾਰ ਕੀਤਾ ਔਰ ਕਿਸ ਤਰ੍ਹਾਂ ਕੀਤਾ, ਕਾਰਨ ਦੱਸਾਂਗੇ। ਸਭ ਤੋਂ ਪਹਿਲਾਂ ਮਕਾਨ ਕਿਰਾਏ ਤੇ ਲਿੱਤਾ ਜਾਂਦਾ ਹੈ ਇਹਨਾਂ ਪਰਿਵਾਰ ਵੱਲੋਂ, ਤਾਂ ਉਸ ਤੋਂ ਬਾਅਦ ਜਿਹੜੀ ਇਹ ਕਹਾਣੀ ਸ਼ੁਰੂ ਹੁੰਦੀ ਹੈ। ਕਹਾਣੀ 2008 ਤੋਂ ਜਿਹੜੀ ਹੈ ਸ਼ੁਰੂ ਹੋ ਜਾਂਦੀ ਹੈ, ਪਰ ਇਨਸਾਫ ਜਿਹੜਾ 2022 ਦੇ ਵਿੱਚ ਮਿਲਦਾ ਹੈ। ਤਾਂ ਗੱਲਬਾਤ ਕਰਦੇ ਹਾਂ। ਸਵਾਗਤ ਹੈ ਜੀ ਤੁਹਾਡਾ ਹਮਦਰਦ ਟੀਵੀ ਤੇ। ਮੈਡਮ, ਜਿਹੜਾ ਸੰਜੀਵ ਸਾਗਰ ਡੀਐਸਪੀ ਦੇ ਉੱਤੇ ਪਰਚਾ ਦਰਜ ਹੋਇਆ ਹੈ, ਤਾਂ ਕੀ ਕਾਰਨ ਕੀ ਰਿਹਾ, ਕਿਵੇਂ ਸਟੋਰੀ ਜਿਹੜੀ ਹੈ ਪੂਰੀ ਦਰਸ਼ਕਾਂ ਨੂੰ ਦੱਸੋ। ਕਦੋਂ ਤੁਸੀਂ ਮਕਾਨ ਲਿਆ ਸੀਗਾ ਔਰ ਕਿਸ ਤਰ੍ਹਾਂ ਜਿਹੜੀ ਇਹ ਗੱਲਬਾਤ ਵਾਰਦਾਤ ਹੋਈ ਹੈ? ਸਰ ਅਸੀਂ 2009 ਦੇ ਵਿੱਚ ਇਹਨਾਂ ਦੇ ਰੈਂਟ ਤੇ ਆਏ ਸੀ ਸੰਜੀਵ ਸਾਗਰ ਤੇ। ਸਰ ਇਹਨੇ ਆਪਣੇ ਸਾਡੇ ਨਾਲ ਇੰਨੇ ਪਰਿਵਾਰਿਕ ਰਿਸ਼ਤੇ ਬਣਾ ਲਏ ਕਿ ਮੇਰੇ ਹਸਬੈਂਡ ਇਹਨੂੰ ਵੱਡਾ ਭਰਾ ਵਾਂਗੂ ਸਮਝਦੇ ਸੀਗੇ। ਇਹ ਆਪਣੀ ਫੈਮਿਲੀ ਲੈ ਕੇ ਵੀ ਆਉਂਦਾ ਸੀਗਾ, ਅਸੀਂ ਵੀ ਕਦੀ ਕਦੀ ਚਲੇ ਜਾਂਦੇ ਸੀਗੇ। ਕਦੀ ਇਹਨੇ ਸਾਡੇ ਕੋਲ ਬ੍ਰੇਕਫਾਸਟ 'ਤੇ ਆਉਣਾ, ਕਦੀ ਡਿਨਰ 'ਤੇ ਆਉਣਾ ਆਪਣੀ ਫੈਮਿਲੀ ਦੇ ਨਾਲ। ਮਤਲਬ ਐਨ ਪਰਿਵਾਰਿਕ ਰਿਸ਼ਤੇ ਬਣਾ ਲਏ ਨੇ। ਸਰ 2009 ਦੇ ਵਿੱਚ ਜੂਨ ਦੇ ਮਹੀਨੇ 'ਚ ਬੱਚਿਆਂ ਨੂੰ ਛੁੱਟੀਆਂ ਸੀ, ਮੈਂ ਘਰ 'ਚ ਇਕੱਲੀ ਸੀ। ਬੱਚੇ ਗਏ ਹੋਏ ਸੀਗੇ ਆਪਣੇ ਤਾਇਆ ਜੀ ਦੇ ਘਰ, ਮੇਰੇ ਮਦਰ ਇਨ ਲਾਅ ਨਾਲ। ਮੇਰੇ ਹਸਬੈਂਡ ਸ਼ੌਪ 'ਤੇ ਸੀ ਤੇ ਇਹਨੇ ਆਪਣਾ ਇੱਕ ਨੀਚੇ ਗਰਾਊਂਡ ਫਲੋਰ 'ਚ ਆਪਣਾ ਰੂਮ ਰੱਖਿਆ ਹੋਇਆ ਸੀਗਾ ਆਪਣੀ ਵਰਤੋਂ ਲਈ। ਉਹਦੇ 'ਚ ਕਦੀ ਕਦੀ ਆਉਂਦਾ ਸੀ, ਆਪਣੀ ਫਾਈਲਾਂ ਫੁਲਾਂ ਦੇਖਦਾ ਸੀਗਾ, ਆਪਣੀ ਵਰਦੀ ਵਗੈਰਾ ਇਹਦੀ ਪਈ ਰਹਿੰਦੀ ਸੀ ਨੀਚੇ। ਤਾਂ ਸਰ ਇਹਨੇ ਮੈਨੂੰ ਨੀਚੋਂ ਬੈਲ ਮਾਰੀ, ਮੈਨੂੰ ਇਹਨੇ ਕਿਹਾ ਕਿ ਮੈਨੂੰ ਇੱਕ ਕੱਪ ਚਾਹ ਨੀਚੇ ਦੇ ਜਾਓ। ਸਰ ਮੈਂ ਇਹਨੂੰ ਚਾਹ ਦੇ ਨੀਚੇ ਚਲੀ ਗਈ ਕਿਉਂਕਿ ਮੈਨੂੰ ਤਾਂ ਇਹ ਸੀਗਾ ਵੀ ਸਾਡੇ ਭਰਾਵਾਂ ਵਾਂਗੂ ਹੈ,
ਵੀ ਪਰਿਵਾਰਿਕ ਰਿਲੇਸ਼ਨ ਇੰਨੇ ਜ਼ਿਆਦਾ ਬਣ ਚੁੱਕੇ ਸੀਗੇ ਕਿ ਮੇਰੇ ਦਿਲ 'ਚ ਤਾਂ ਕੁਝ ਹੈ ਹੀ ਨਹੀਂ ਸੀਗਾ। ਮੈਂ ਇਹਨੂੰ 4 ਦੇ ਨੀਚੇ ਗਈ ਤੇ ਸਰ ਇਹਨੇ ਮੇਰੇ ਨਾਲ ਬਦਤਮੀਜ਼ੀ ਕੀਤੀ। ਮੈਂ ਬਹੁਤ ਚੀਕਾਂ ਚੁੱਕਾਂ ਮਾਰੀਆਂ ਤਾਂ ਇਹਨੇ ਮੇਰੇ ਮੂੰਹ ਤੇ ਹੱਥ ਵੀ ਰੱਖਿਆ, ਮੇਰੇ ਥੱਪੜ ਵੀ ਮਾਰੇ 4-5 ਤੇ ਮੈਂ ਗੁੰਮਸੁੰਮ ਹੋ ਗਈ ਵੀ ਇਹ ਮੇਰੇ ਨਾਲ ਹੋ ਕੀ ਗਿਆ। ਮੈਂ ਬਸ ਇਹਨੇ ਮੈਨੂੰ ਇਸ ਤਰ੍ਹਾਂ ਕਰਤਾ ਕਿ ਮੈਂ ਕੁਝ ਬੋਲਣ ਜੋਗੀ ਰਹੀ ਨਹੀਂ। ਘਬਰਾ ਗਈ ਬਹੁਤ ਜ਼ਿਆਦਾ, ਕੰਬ ਗਈ ਬਹੁਤ ਜ਼ਿਆਦਾ। ਇਹਨੇ ਮੇਰੇ ਬਾਲ ਵੀ ਖਿੱਚੇ, ਮੈਨੂੰ ਗਾਲਾਂ ਵੀ ਕੱਢੀਆਂ, ਮੇਰੇ ਥੱਪੜ ਵੀ ਮਾਰੇ। ਮਤਲਬ ਇਹਨੇ ਫਿਰ ਆਪਣਾ ਗਲਤ ਕੰਮ ਕਰਕੇ ਹੀ ਹਟਿਆ। ਉਸ ਤੋਂ ਬਾਅਦ ਸਰ ਇਹਨੇ ਮੈਨੂੰ ਧਮਕੀਆਂ ਵੀ ਦਿੱਤੀਆਂ ਕਿ ਮੇਰੇ ਹਸਬੈਂਡ ਨੂੰ ਇਹ ਕਿਸੇ ਵੀ ਕੇਸ 'ਚ ਫਸਾ ਦੇਗਾ, ਜੇਲ੍ਹ ਕਰ ਦੇਗਾ, ਅੰਦਰ ਕਰ ਦੇਗਾ। ਔਰ ਮੇਰੇ ਬੱਚੇ ਛੋਟੇ ਸੀਗੇ ਉਸ ਟਾਈਮ, ਕਿਉਂਕਿ ਸਰ ਉਸ ਟਾਈਮ ਅਸੀਂ ਬਹੁਤ ਜ਼ਿਆਦਾ ਗਰੀਬ ਸੀਗੇ। ਮੇਰੇ ਹਸਬੈਂਡ ਦਾ ਇੰਨਾ ਕੰਮ ਕਰ ਵੀ ਨਹੀਂ ਸੀਗਾ, ਕਿਉਂਕਿ ਮੇਰੇ ਪੇਕਿਆਂ ਵੱਲੋਂ ਮੈਂ ਖੁਦ ਗਰੀਬ ਸੀਗੀ ਇੰਨੀ। ਤਾਂ ਮੈਂ ਸਾਰਾ ਕੁਝ ਸੋਚਦੇ ਹੋਏ ਬਿਲਕੁਲ ਚੁੱਪ ਕਰ ਗਈ। ਇਸ ਬੰਦੇ ਨੇ ਮੇਰੇ ਨਾਲ ਬਹੁਤ ਹੈਵਾਨੀਅਤ ਕੀਤੀ ਆ। ਨਹੀਂ, ਜਿਸ ਘਰ ਦੇ ਵਿੱਚ ਤੁਸੀਂ ਕਿਰਾਏ ਤੇ ਗਏ ਸੀ ਉਹ ਅਕਸਰ ਇਹਦਾ ਡੀਐਸਪੀ ਦਾ ਹੀ ਜਿਹੜਾ ਘਰ ਸੀਗਾ ਨਾ। ਹਾਂਜੀ ਇਹਦਾ ਤਾਂ ਇੱਕ ਰੂਮ ਜਿਹੜਾ ਨੀਚੇ ਵਾਲਾ ਪੋਰਸ਼ਨ ਜਿਹੜਾ ਕਿ ਉਹ ਡੀਐਸਪੀ ਨੇ ਰੱਖਿਆ ਹੋਇਆ ਸੀ ਆਪਦੇ ਕੋਲੇ। ਤਾਂ ਇਹਦਾ ਪਰਿਵਾਰ ਦਾ ਕੋਈ ਹੋਰ ਮੈਂਬਰ ਵੀ ਰਹਿੰਦਾ ਸੀ ਉੱਥੇ? ਨਹੀਂ ਜੀ, ਇਹ ਇਕੱਲਾ ਹੀ ਰਹਿੰਦਾ ਸੀ, ਇਕੱਲਾ ਹੀ ਕਦੀ-ਕਦੀ ਆਉਂਦਾ ਸੀਗਾ ਇਹ। ਤਾਂ ਜਦੋਂ ਪਹਿਲੀ ਵਾਰ ਤੁਹਾਡੇ ਨਾਲ ਦੁਸ਼ਕਰਮ ਕੀਤਾ ਗਿਆ, ਬਲਾਤਕਾਰ ਹੋਇਆ, ਤਾਂ ਉਸ ਤੋਂ ਬਾਅਦ ਤੁਸੀਂ ਆਪਣੇ ਪਰਿਵਾਰ ਦੇ ਵਿੱਚ ਜਾਂ ਆਪਣੇ ਹਸਬੈਂਡ ਨੂੰ ਦੱਸਣ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ? ਸਰ ਇਹਨੇ ਮੈਨੂੰ ਇੰਨਾ ਜ਼ਿਆਦਾ ਥ੍ਰੈਟ ਕਰਤਾ ਸੀਗਾ ਕਿ ਮੈਂ ਚੁੱਪ ਹੀ ਕਰ ਗਈ। ਅਗਰ ਮੈਂ ਦੱਸਦੀ ਤਾਂ ਮੇਰੇ ਹਸਬੈਂਡ ਨੂੰ ਇਹ ਜੇਲ੍ਹ ਭੇਜ ਦਿੰਦਾ, ਕਿਸੇ ਵੀ ਕੇਸ 'ਚ, ਝੂਠੇ ਕੇਸ 'ਚ ਫਸਾ ਦਿੰਦਾ। ਇਹਨੇ ਮੈਨੂੰ ਧਮਕੀਆਂ ਹੀ ਐਸੀਆਂ ਦਿੱਤੀਆਂ ਸੀਗੀਆਂ। ਇਹਨੇ ਰਿਵਾਲਵਰ ਵੀ ਦਿਖਾਈ ਸੀ ਮੈਨੂੰ ਕਿ ਮੈਂ ਮਾਰ ਦੂੰਗਾ। ਮੈਂ ਕਿਹਾ ਇਸ ਤੋਂ ਅੱਛਾ ਤਾਂ ਤੂੰ ਮੈਨੂੰ ਮਾਰ ਹੀ ਦੇ ਤਾਂ ਵਧੀਆ। ਪਰ ਸਰ ਮੈਂ ਚੁੱਪ ਕਰ ਗਈ ਬਹੁਤ। ਮੈਂ ਆਪਣੇ ਬੱਚਿਆਂ ਨੂੰ ਦੇਖਦੇ ਹੋਏ, ਕਿਉਂਕਿ ਅਸੀਂ ਸੋਚਿਆ ਹੋਇਆ ਸੀਗਾ ਆਪਣੇ ਬੱਚਿਆਂ ਨੂੰ ਅਸੀਂ ਬਾਹਰ ਭੇਜਣਾ। ਮੈਂ ਸੋਚਿਆ ਕਿ ਅਗਰ ਮੈਂ ਦੱਸ ਦੂੰਗੀ ਮੇਰੇ ਹਸਬੈਂਡ ਨੂੰ ਇਹ ਅੰਦਰ ਕਰ ਦੇਗਾ, ਮੇਰੇ ਬੱਚੇ ਦਾ ਵੀ ਭਵਿੱਖ ਖਰਾਬ ਹੋ ਜਾਏਗਾ। ਵੀ ਮੈਂ ਇਕੱਲੀ ਕਿੱਥੇ ਜਾਊਂਗੀ, ਕਿਉਂਕਿ ਮੇਰੇ ਕੋਲ ਇੰਨਾ ਪੈਸਾ ਨਹੀਂ ਸੀਗਾ ਕਿ ਮੈਂ ਇਸ ਨਾਲੋਂ ਲੜ ਸਕਾਂ। ਤਾਂ ਫਿਰ ਕਿੰਨਾ ਕੁ ਚਿਰ ਦੇ ਜਿਹੜਾ ਇਹ ਸਿਲਸਿਲਾ ਚੱਲਦਾ ਰਿਹਾ ਹੈ ਬਲੈਕਮੇਲਿੰਗ ਵਾਲਾ? ਸਰ ਇਹ 2015 ਤੱਕ ਇਹ ਚੱਲਦਾ ਰਿਹਾ। 2016 ਦੇ ਵਿੱਚ ਅਸੀਂ ਆਪਣਾ ਮਕਾਨ ਲੈ ਲਿਆ ਸੀਗਾ। ਉਸ ਤੋਂ ਬਾਅਦ ਇਹ ਨਹੀਂ ਆਇਆ। ਫਿਰ ਮੈਂ ਇਹ ਸੋਚ ਲਿਆ ਕਿ ਇਹ ਹੁਣ ਹਟ ਗਿਆ ਤਾਂ ਮੈਂ ਆਪਣੀ ਗੱਲ ਆਪਣੇ ਅੰਦਰ ਲੈ ਕੇ ਹੀ ਮਰੂੰਗੀ। ਮੈਂ ਕਿਸੇ ਨੂੰ ਨਹੀਂ ਦੱਸਿਆ ਸੀ ਸਰ, ਕਿਸੇ ਨੂੰ ਵੀ। ਸਰ 2022 ਦੇ ਵਿੱਚ ਮੇਰਾ ਛੋਟਾ ਬੇਟਾ ਕੈਨੇਡਾ ਗਿਆ। ਉਸ ਤੋਂ 1 ਮਹੀਨੇ ਬਾਅਦ ਫਿਰ ਮੇਰੇ ਘਰ ਆਇਆ, ਜਿੱਥੇ ਅਸੀਂ ਹੁਣ ਰਹਿ ਰਹੇ ਹਾਂ ਜੀ ਆਪਣੇ ਫਲੈਟ 'ਚ। ਇਹ ਨੀਚੇ ਆਇਆ। ਇਹਨੇ ਮਤਲਬ ਕਿ ਬੇਟਾ 2022 ਚ ਬਾਹਰ ਜਾਂਦਾ ਹੈ ਤਾਂ ਉਸ ਤੋਂ ਬਾਅਦ ਉਹ ਦੁਬਾਰਾ ਫਿਰ ਜਿੱਥੇ ਫਲੈਟ ਲਿਆ ਤੁਸੀਂ ਤਾਂ ਉੱਥੇ ਪਹੁੰਚ ਜਾਂਦਾ ਹੈ? ਉੱਥੇ ਆਇਆ ਜੀ ਸਰ, ਕਿਉਂਕਿ ਇਹ ਬਿਮਾਰ ਵੀ ਕਾਫੀ ਹੋ ਗਿਆ ਸੀਗਾ। ਤਾਂ ਮੈਂ ਸੋਚ ਲਿਆ ਕਿ ਰੱਬ ਨੇ ਇਹਨੂੰ ਸਜ਼ਾ ਦੇ ਦਿੱਤੀ, ਪਰ ਇਹ ਫਿਰ ਵੀ ਨਹੀਂ ਹਟਿਆ। ਇਹ 2022 ਚ ਮੇਰੇ ਬੇਟੇ ਦੇ 1 ਮਹੀਨੇ ਬਾਅਦ ਜਾਣ ਤੋਂ ਬਾਅਦ ਇਹ ਫਿਰ ਮੇਰੇ ਘਰ ਆਇਆ। ਨੀਚੇ ਦੀ ਇਹਨੇ ਬੈਲ ਮਾਰੀ, ਮੈਂ ਉੱਪਰੋਂ ਦੇਖਿਆ ਤਾਂ ਇਹਨੇ ਮੈਨੂੰ ਕਿਹਾ ਕਿ 1 ਮਿੰਟ ਨੀਚੇ ਆ। ਮੈਂ ਕਿਹਾ ਜੀ ਮੈਂ ਨਹੀਂ ਆਂਦੀ ਨੀਚੇ, ਮੈਨੂੰ ਕੰਮ ਦੱਸੋ ਕੀ ਹੈ। ਮੈਂ ਇਹਨੂੰ ਦੇਖ ਕੇ ਘਬਰਾ ਗਈ ਵੀ ਅੱਜ ਫੇਰ ਆ ਗਿਆ ਇੱਧਰ। ਇਹ ਕਹਿੰਦਾ ਕਿ ਤੈਨੂੰ ਨੀਚੇ ਆ, ਮੈਂ ਉੱਪਰ ਨਹੀਂ ਆ ਸਕਦਾ। ਸਰ ਮੈਂ ਆਪਣੇ ਫਸਟ ਫਲੋਰ ਤੱਕ ਚਲੀ ਗਈ, ਮੈਂ ਬਿਲਕੁਲ ਨੀਚੇ ਨਹੀਂ ਗਈ। ਫਸਟ ਫਲੋਰ ਤੱਕ ਗਈ ਤਾਂ ਮੈਂ ਕਿਹਾ ਵੀ ਹਾਂ ਦੱਸ, ਮੈਂ ਇੱਦਾਂ ਹੀ ਬੋਲੀ ਵੀ ਹਾਂ ਦੱਸ। ਤੇ ਇਹਨੇ ਮੈਨੂੰ ਕਿਹਾ ਕਿ ਮੈਂ ਬਿਮਾਰ ਰਹਿਣਾ, ਤੇਰੇ ਦੋਨੋਂ ਬੱਚੇ ਬਾਹਰ ਚਲੇ ਗਏ ਆ, ਹੁਣ ਤੂੰ ਫ੍ਰੀ ਹੈ, ਵੀ ਮੈਨੂੰ ਮੇਰੀ ਮਾਲਿਸ਼ ਕਰਨ ਵਾਸਤੇ ਤੈਨੂੰ ਕਦੇ ਕਦੇ ਆਉਣਾ ਪਏਗਾ। ਸਰ ਮੈਂ ਇਹਨੂੰ ਗਾਲਾਂ ਵੀ ਕੱਢੀਆਂ, ਇਹਦੇ ਅੱਗੇ ਹੱਥ ਜੋੜੇ। ਮੈਂ ਕਿਹਾ ਦਫਾ ਹੋ, ਪਰਾਂ ਮਰ। ਮੈਂ ਕਿਹਾ ਮੈਂ ਹੁਣ ਨਹੀਂ ਆਉਂਦੀ। ਕਹਿੰਦਾ ਤੈਨੂੰ, ਇਹਨੇ ਫਿਰ ਮੈਨੂੰ ਧਮਕੀ ਦਿੱਤੀ ਕਿ ਤੈਨੂੰ ਪਤਾ ਨਾ ਮੈਂ ਕੀ ਕਰੂੰਗਾ। ਮੈਂ ਕਿਹਾ ਹੁਣ ਤੇਰੇ ਤੋਂ ਜੋ ਹੁੰਦਾ ਕਰ ਲਾ, ਹੁਣ ਮੈਂ ਵੀ ਨਹੀਂ ਤੈਨੂੰ ਛੱਡਦੀ। ਸਰ ਮੈਂ ਸੋਚ ਲਿਆ ਸੀਗਾ ਕਿ ਮੇਰੇ ਬੱਚੇ ਹੁਣ ਚਲੇ ਗਏ ਬਾਹਰ, ਹੁਣ ਨਹੀਂ ਮੈਂ ਇਹਨੂੰ ਛੱਡਦੀ। ਮੈਂ ਉੱਪਰ ਆ ਗਈ ਸਰ। ਉੱਪਰ ਆ ਕੇ ਮੈਂ ਬਹੁਤ ਰੋਈ। ਜਦ ਮੈਨੂੰ ਨਹੀਂ ਪਤਾ ਸੀਗਾ ਵੀ ਮੇਰੇ ਹਸਬੈਂਡ ਨੀਚੇ ਆ ਚੁੱਕੇ ਹੈ। ਉਧਰੋਂ ਮੇਰੇ ਹਸਬੈਂਡ ਨੀਚੇ ਆ ਗਏ ਤਾਂ ਇਹਨਾਂ ਨੇ ਉਹਨੂੰ ਮਿਲਿਆ, ਨਾਲ ਇਹਨਾਂ ਦੇ ਇੱਕ ਫਰੈਂਡ ਸੀਗਾ ਇਹਨਾਂ ਦਾ। ਤੇ ਇਹ ਦੋਨੋਂ ਜਣੇ ਮਿਲੇ ਵੀ ਤੁਸੀਂ ਸਰ ਕਿੱਥੇ? ਤਾਂ ਇਹਨਾਂ ਨੂੰ ਕਹਿੰਦਾ ਕਿ ਮੈਂ ਚੰਡੀਗੜ੍ਹ ਪੀਜੀਆਈ ਤੋਂ ਦਵਾਈ ਲੈ ਕੇ ਆ ਰਿਹਾ ਸੀ, ਤਾਂ ਮੈਂ ਸੋਚਿਆ ਤੈਨੂੰ ਮਿਲਦਾ ਚਲਾ। ਇਹ ਕਹਿੰਦੇ ਸਰ ਆ ਜਾਓ। ਕਹਿੰਦਾ ਨਹੀਂ ਹੁਣ ਮੈਂ ਚੱਲਦਾ ਘਰ। ਜਦ ਸਰ ਇਹ ਉੱਪਰ ਆਏ, ਉੱਪਰ ਆ ਕੇ ਇਹਨਾਂ ਨੇ ਫਿਰ ਬੈਲ ਮਾਰੀ ਤਾਂ ਮੈਂ ਘਬਰਾ ਗਈ ਵੀ ਸ਼ਾਇਦ ਉਹਨੇ ਫਿਰ ਦੁਬਾਰਾ ਬੈਲ ਮਾਰਤੀ। ਮੈਨੂੰ ਨਹੀਂ ਪਤਾ ਸੀਗਾ ਯਾਨੀ ਕਿ ਮੁਲਾਕਾਤ ਹੋ ਜਾਂਦੀ ਹੈ ਜਦੋਂ ਦੂਸਰੀ ਵਾਰ ਆਂਦਾ ਹੈ ਤਾਂ ਹਸਬੈਂਡ ਦੀ ਮੁਲਾਕਾਤ ਹੁੰਦੀ ਹੈ, ਪਰ ਬਹਾਨਾ ਮਾਰਿਆ ਜਾਂਦਾ ਉਹਦੇ ਵੱਲੋਂ। ਹਾਂ, ਬਹਾਨਾ ਮਾਰਤਾ ਇਹਨੇ ਕਿ ਮੈਂ ਵੈਸੇ ਹੀ ਆਇਆ ਸੀਗਾ ਤੈਨੂੰ ਮਿਲਣ ਲਈ। ਸਰ ਜਦ ਇਹਨਾਂ ਨੇ ਫਿਰ ਮੈਨੂੰ ਫੋਨ ਕੀਤਾ ਕਿ ਦਰਵਾਜ਼ਾ ਖੋਲ੍ਹ, ਵੀ ਕਿਉਂ ਨਹੀਂ ਖੋਲ੍ਹ ਰਹੀ। ਜਦ ਮੈਂ ਦਰਵਾਜ਼ਾ ਖੋਲ੍ਹਿਆ ਸਰ ਇਹਨਾਂ ਨੇ ਮੈਨੂੰ ਦੇਖਿਆ ਕਿ ਮੈਂ ਬਹੁਤ ਰੋ ਰਹੀ ਸੀਗੀ। ਇਹਨਾਂ ਨੇ ਮੈਨੂੰ ਪੁੱਛਿਆ ਵੀ ਕੀ ਗੱਲ ਹੋ ਗਈ। ਸਰ ਫਿਰ ਮੈਂ ਆਪਣੀ ਸਾਰੀ ਗੱਲਬਾਤ ਇਹਨਾਂ ਨੂੰ ਦੱਸਤੀ ਕਿ ਮੇਰੇ ਨਾਲ ਹੁਣ ਤੱਕ ਇਹ ਕੁਝ ਹੁੰਦਾ ਆਇਆ, ਪਰ ਮੈਂ ਚੁੱਪ ਰਹੀ ਸਿਰਫ ਆਪਣੇ ਬੱਚਿਆਂ ਕਰਕੇ ਔਰ ਤੁਹਾਡੇ ਲਈ, ਕਿ ਮੇਰੇ ਹਸਬੈਂਡ ਨੂੰ ਇਹ ਕੁਝ ਕਰ ਨਾ ਦੇਣ। ਪਰ ਹੁਣ ਮੇਰੇ ਬੱਚੇ ਬਾਹਰ ਚਲੇ ਗਏ ਆ, ਹੁਣ ਮੈਨੂੰ ਕੋਈ ਉਹ ਨਹੀਂ ਹੈ। ਮੈਂ ਹੁਣ ਇਹਨੂੰ ਸਜ਼ਾ ਦਿਵਾ ਕੇ ਹੀ ਰਹਿਣਾ। ਤਾਂ ਉਸ ਤੋਂ ਬਾਅਦ ਫਿਰ ਜਿਹੜੀ ਹੈ ਤੁਸੀਂ ਦਰਖਾਸਤ ਦਿੰਦੇ ਹੋ ਥਾਣੇ ਵਗੈਰਾ 'ਚ? ਹਾਂਜੀ ਸਰ, ਅਸੀਂ ਫਿਰ ਮੇਰੇ ਹਸਬੈਂਡ ਨੇ ਮੈਨੂੰ ਬਹੁਤ ਹੌਸਲਾ ਦਿੱਤਾ। ਕਹਿੰਦੇ ਵੀ ਕਿ ਮੈਂ ਤੇਰੇ ਨਾਲ ਆ, ਤੂੰ ਬਿਲਕੁਲ ਡਰਨਾ ਨਹੀਂ ਹੈ, ਕੋਈ ਗੱਲ ਨਹੀਂ, ਆਪਾਂ ਇਹਨੂੰ ਸਜ਼ਾ ਦੇਵਾਂਗੇ। ਮੇਰੇ ਹਸਬੈਂਡ ਨੇ ਬਲਕਿ ਇਹਨੂੰ ਫੋਨ ਵੀ ਕੀਤਾ ਕਿ ਸਰ ਤੁਸੀਂ ਇਹ ਕੀ ਕੀਤਾ, ਤਾਂ ਇਹ ਸਾਫ਼ ਹੀ ਮੁੱਕਰ ਗਿਆ।
ਤਾਂ ਬਿਲਕੁਲ ਇਹਨਾਂ ਦੇ ਹਸਬੈਂਡ ਦੇ ਨਾਲ ਵੀ ਗੱਲ ਕਰਦੇ ਆ। ਤਾਂ ਉਸ ਤੋਂ ਬਾਅਦ ਕਿਵੇਂ ਹੋਇਆ ਬਾਈ ਜੀ? ਆਪਣਾ ਜਦੋਂ ਤੁਹਾਨੂੰ 2022 ਦੇ ਵਿੱਚ ਜਿਸ ਤਰ੍ਹਾਂ ਮੈਡਮ ਨੇ ਦੱਸਿਆ ਕਿ ਉਹ ਨੀਚੇ ਤੁਸੀਂ ਉਹਨੂੰ ਮਿਲੇ ਹੋ, ਉਸ ਤੋਂ ਬਾਅਦ ਤਾਂ ਫਿਰ ਅੱਗੇ ਕਾਰਵਾਈ ਕਿਸ ਤਰ੍ਹਾਂ ਹੋਈ, ਦਰਖਾਸਤ ਜਿਹੜੀ ਪਹਿਲਾਂ ਦਿੱਤੀ? ਜਦੋਂ ਮੈਂ ਆਪਣੇ ਵਾਈਫ ਨੂੰ ਉੱਪਰ ਆ ਕੇ ਸਾਰਾ ਇਨਸੀਡੈਂਟ ਸੁਣਿਆ ਤਾਂ ਇੱਕ ਵਾਰੀ ਤਾਂ ਮੈਂ ਸ਼ੌਟ ਹੋ ਗਿਆ। ਇਹਨੂੰ ਫੋਨ ਕੀਤਾ, ਮੇਰੇ ਨਾਲ ਮੇਰੇ ਦੋਸਤ ਸੀ ਸੁਰੇਸ਼ ਕੁਮਾਰ, ਚਲੋ ਅਸੀਂ ਵੀ ਬਹੁਤ ਅੱਛੇ ਮਿੱਤਰ ਹੈ। ਤਾਂ ਉਹਨਾਂ ਨੇ ਪਰਿਵਾਰ ਮੇਰੇ ਵਾਈਫ ਤੋਂ ਸੁਣਿਆ ਤਾਂ ਸੁਣ ਕੇ ਉਹ ਵੀ ਹੈਰਾਨ ਹੋ ਗਏ ਵੀ ਐਸਾ ਇੱਕ ਪੁਲਿਸ ਅਫਸਰ ਡੀਐਸਪੀ ਜਿਹਨੂੰ ਅਸੀਂ ਭਰਾ ਮੰਨਦੇ ਹਾਂ ਜਾਂ ਭਰਾ ਸਮਝਿਆ ਵੱਡਾ, ਉਸਨੇ ਇਹੋ ਜਿਹੀ ਹਰਕਤ ਕੀਤੀ। ਚਲੋ ਜੀ, ਇਹਨੂੰ ਮੈਂ ਫੋਨ ਕੀਤਾ ਤਾਂ ਇਹ ਸਾਫ਼ ਡਿਨਾਈ ਕਰ ਗਿਆ ਕਿ ਤੂੰ ਗਲਤ ਤੌਹਮਤ ਲਾ ਰਿਹਾ, ਮੇਰੇ 'ਤੇ ਇਲਜ਼ਾਮ ਲਾ ਰਿਹਾ ਝੂਠਾ। ਮੈਂ ਕਿਹਾ ਅੱਛਾ, ਮੇਰੀ ਵਾਈਫ ਮੈਂ ਕਿਹਾ ਝੂਠ ਬੋਲ ਰਹੀ ਹੈ ਤਾਂ ਇਹਨੇ ਫ਼ੋਨ ਕੱਟਤਾ ਜੀ। ਫ਼ੋਨ ਕੱਟਣ ਤੋਂ ਬਾਅਦ ਮੈਂ ਫਿਰ ਆਪਣੇ ਦੋਸਤ ਨਾਲ ਸਲਾਹ ਕੀਤੀ, ਦੋਸਤ ਨਾਲ ਸਲਾਹ ਕਰਕੇ ਇੱਕ ਦੋ ਹੋਰ ਰਿਸ਼ਤੇਦਾਰਾਂ ਨਾਲ ਮਿੱਤਰਾਂ ਨਾਲ ਸਲਾਹ ਕਰਕੇ ਪਹਿਲਾਂ ਤਾਂ ਦਿਲ 'ਚ ਤਾਂ ਬਹੁਤ ਬੁਰੇ ਖਿਆਲ ਆਏ ਵੀ ਇਹ ਕਰਦਾ ਉਹ ਕਰਦਾ, ਪਰ ਉਹ ਕਹਿੰਦੇ ਕਾਨੂੰਨ ਤੋਂ ਬਾਹਰ ਨਹੀਂ ਜਾਣਾ, ਆਪਾਂ ਕਾਨੂੰਨੀ ਸਜ਼ਾ ਦਿਵਾਵਾਂਗੇ ਇਹਨੂੰ। ਫਿਰ ਮੈਂ ਸਾਰੇ ਰਿਸ਼ਤੇਦਾਰ ਯਾਰ ਦੋਸਤਾਂ ਦੀ ਮਦਦ ਨਾਲ ਡੀਜੀਪੀ ਸਾਹਿਬ ਕੋਲੇ ਦਰਖਾਸਤ ਲੈ ਕੇ ਪਹੁੰਚੇ ਅਸੀਂ। ਨਹੀਂ, ਪਹਿਲੀ ਜਿਹੜੀ ਦਰਖਾਸਤ ਦਿੱਤੀ ਗਈ ਹੈ ਤੁਹਾਡੀ, ਉਸ ਦੀ ਡੀਜੀਪੀ ਪੰਜਾਬ ਨੂੰ ਹੀ ਦਿੱਤੀ ਗਈ ਹੈ ਕਿ ਪਹਿਲਾਂ ਸੰਬੰਧਕ ਥਾਣੇ ਨੂੰ ਦਿੱਤੀ? ਪਹਿਲਾਂ ਸੰਬੰਧਿਤ ਐਸਐਸਪੀ ਸਾਹਿਬ ਨੂੰ ਪਟਿਆਲੇ ਦਿੱਤੀ ਸੀ ਸਰ, ਜਿਸ 'ਤੇ ਕੋਈ ਕਾਰਵਾਈ ਨਹੀਂ ਹੋਈ। ਫਿਰ ਮੈਂ ਭਗਵੰਤ ਮਾਨ ਜੀ ਦੇ ਪੋਰਟਲ 'ਤੇ ਜਾ ਕੇ ਦਿੱਤੀ ਤਾਂ ਉਹਨਾਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਵੀ ਆਪ ਦੀ ਸਰਕਾਰ ਹੈ, ਉਹਨਾਂ ਨੇ ਪੋਰਟਲ ਤੋਂ ਸਿੱਧਾ ਐਸਐਸਪੀ ਦੇ ਕੋਲ ਪਹੁੰਚੀ, ਜਿਸ 'ਤੇ ਲੇਕਿਨ ਕਾਰਵਾਈ ਫਿਰ ਨਹੀਂ ਐਸਐਸਪੀ ਨੇ ਕੀਤੀ, ਦੀਪਕ ਪਾਰਿਕ ਜੀ ਨੇ। ਉਸ ਤੋਂ ਬਾਅਦ ਅਸੀਂ ਡੀਜੀਪੀ ਸਾਹਿਬ ਕੋਲੇ ਗਏ, ਡੀਜੀਪੀ ਸਾਹਿਬ ਤੋਂ ਆਈਜੀ ਸਾਹਿਬ ਨੂੰ ਮਾਰਕ ਹੋ ਕੇ ਬਰਨਾਲਾ ਐਸਐਸਪੀ ਸੰਦੀਪ ਮਲਿਕ ਜੀ ਨੂੰ ਮਾਰਕ ਕੀਤੀ ਉਹਨਾਂ ਨੇ। ਅੱਗੇ ਸੰਦੀਪ ਮਲਿਕ ਜੀ ਨੇ ਆਪ ਨਾ ਕਰਕੇ ਇਹਦੀ ਇਨਕੁਆਇਰੀ 'ਚ ਸਿੱਟ ਬਿਠਾਤੀ 3 ਮੈਂਬਰਾਂ ਦੀ। ਉਹ ਤਿੰਨੇ ਮੈਂਬਰ ਇਹਦੇ ਕੁਲੀਗ ਨਿਕਲੇ ਅਤੇ ਮੇਰੇ 'ਤੇ ਪ੍ਰੈਸ਼ਰ ਪਾਇਆ ਗਿਆ ਤਿੰਨੇ ਸਿੱਟ ਦੀ ਟੀਮ ਵੱਲੋਂ ਕਿ ਤੁਸੀਂ ਸਮਝੌਤਾ ਕਰ ਲਓ ਜਾਂ ਸਾਡੇ ਤੋਂ ਦਰਖਾਸਤ ਦੀ ਇਨਕੁਆਇਰੀ ਚੇਂਜ ਕਰਾ ਲਓ। ਮੈਂ ਕਿਹਾ ਜੀ ਆਈਪੀਐਸ ਆਫੀਸਰ ਨੂੰ ਮਾਰਕ ਹੋਈ ਹੈ, ਮੈਂ ਕਿਉਂ ਇਨਕੁਆਇਰੀ ਚੇਂਜ ਕਰਾਂ? ਮੈਨੂੰ ਉਹਨਾਂ 'ਤੇ ਫੇਥ ਹੈ, ਸਾਨੂੰ ਇਨਸਾਫ ਮਿਲੂਗਾ। ਅਤੇ ਸਾਡੇ ਕੋਲ ਜਿੰਨੇ ਵੀ ਸਬੂਤ ਜਾਂ ਗਵਾਹ ਸੀ, ਮੈਂ ਸ਼ਾਟ ਜਦੋਂ ਹੋਇਆ, ਜਦੋਂ ਸਿੱਟ ਦੀ ਟੀਮ ਵੱਲ ਨੂੰ ਮੈਂ ਪ੍ਰੋਵਾਈਡ ਕੀਤੇ ਸਾਰੇ ਐਵੀਡੈਂਸ, ਰਿਕਾਰਡਿੰਗਸ, ਫੋਟੋਆਂ, ਉਹ ਸਾਰੀਆਂ ਉਹਨਾਂ ਨੇ ਸੰਜੀਵ ਸਾਗਰ ਡੀਐਸਪੀ ਅਤੇ ਉਹਦੇ ਦੋਸਤਾਂ ਨੂੰ ਪ੍ਰੋਵਾਈਡ ਕਰਕੇ ਦਿੱਤੀਆਂ। ਮੈਂ ਉੱਥੋਂ ਸ਼ਾਰਟ ਹੋ ਗਿਆ। ਫਿਰ ਮੇਰਾ ਵਿਸ਼ਵਾਸ ਟੁੱਟਿਆ ਤਾਂ ਮੈਂ ਸਿੱਟ ਦੇ ਖਿਲਾਫ ਰਿਟ ਪਟੀਸ਼ਨ ਹਾਈ ਕੋਰਟ, ਮਾਨਯੋਗ ਹਾਈ ਕੋਰਟ ਪਾਈ ਤਾਂ ਜਿਸ 'ਚ ਡਾਇਰੈਕਸ਼ਨ ਹੋਈ ਸੀ ਕਿ ਸਟੇਟਸ ਰਿਪੋਰਟ 18 ਅਕਤੂਬਰ 2022 ਨੂੰ ਇਹ ਜਮ੍ਹਾਂ ਕਰਾਉਣਗੇ। ਉਸ ਤੋਂ ਬਾਅਦ ਆਈਜੀ ਸਾਹਿਬ ਛੀਨਾ ਸਾਹਿਬ ਨੂੰ ਡਾਇਰੈਕਸ਼ਨ ਕੀਤੀ ਹਾਈ ਕੋਰਟ ਨੇ ਵੀ ਸਿੱਟ ਦੀ ਟੀਮ ਇਹਨਾਂ ਨੂੰ ਪਰੇਸ਼ਾਨ ਨਹੀਂ ਕਰੇਗੀ। ਇਹ 3-4 ਗੱਡੀਆਂ ਲੈ ਕੇ ਅਤੇ ਲੋਕਲ ਪੁਲਿਸ ਲੈ ਕੇ ਮੇਰੇ ਘਰ ਆਏ, ਜਦ ਕਿ ਹਾਈ ਕੋਰਟ ਦੀ ਡਾਇਰੈਕਸ਼ਨ ਤੋਂ ਬਾਅਦ ਵੀ ਇਹ ਰੁਕੇ ਨਹੀਂ ਹੈ, ਆਈਜੀ ਸਾਹਿਬ ਨੂੰ ਜੋ ਡਾਇਰੈਕਸ਼ਨ ਹੋਈ ਸੀ। ਉਸ ਤੋਂ ਬਾਅਦ ਜੀ ਮੈਂ ਇਹਨਾਂ ਦੇ ਖਿਲਾਫ ਕੰਟੈਂਪਟ ਪਾਈ ਹਾਈ ਕੋਰਟ ਦੇ ਵਿੱਚ। ਫਿਰ ਇਹਨਾਂ ਨੇ ਮੇਰਾ ਕੇਸ ਹੀ ਬੰਦ ਕਰਤਾ। ਸਿੱਟ ਵੱਲੋਂ ਕੇਸ ਬੰਦ ਕਰ ਦਿੱਤਾ ਗਿਆ? ਸਿੱਟ ਵੱਲੋਂ ਇਹ ਕੇਸ ਉਹ ਕੀ ਕਾਰਨ ਰਿਹਾ ਫਿਰ? ਸਿੱਟ ਨੇ ਕਿਉਂ ਬੰਦ ਕੀਤਾ ਗਿਆ? ਜਿਹੜਾ ਇਹ ਕੇਸ ਸਿੱਟ ਬਣਾਈ ਗਈ ਸੀ ਤਾਂ ਫਿਰ ਉਹਨਾਂ ਨੇ ਕਿਉਂ ਬੰਦ ਕੀਤੀ ਫਾਈਲ? ਬਸ ਐਕਚੁਅਲੀ ਇਹਦੇ ਕੁਲੀਗ ਸੀ ਸਾਰੇ ਹੀ, ਜਿੰਨੇ ਨਵੀਂ ਸਿੱਟ ਵੀ ਬਣਾਈ ਗਈ ਉਹ ਵੀ ਇਹਦੀ ਜਾਣਕਾਰੀ ਸੀ, ਜੋ ਕਿ ਪ੍ਰੈਸ਼ਰ ਹੇਠਾਂ ਸੀ ਅਤੇ ਇੱਕ ਪੁਲਿਸ ਅਫਸਰ ਨੂੰ ਬਚਾ ਰਹੀ ਸੀ, ਡੀਐਸਪੀ ਸੰਜੀਵ ਸਾਗਰ ਨੂੰ। ਉਸ ਤੋਂ ਬਾਅਦ ਜੀ ਅਸੀਂ ਦੁਬਾਰਾ ਏਡੀਜੀਪੀ ਸਾਹਿਬ ਨੂੰ ਜਾਂ ਡੀਜੀਪੀ ਸਾਹਿਬ ਨੂੰ ਮਿਲਣ ਗਏ। ਉਸ ਤੋਂ ਬਾਅਦ ਇਹ ਉੱਚ ਅਧਿਕਾਰੀਆਂ ਕੋਲ ਇਨਕੁਆਇਰੀ ਹੋ ਕੇ ਪਰਚਾ ਦਰਜ ਹੋਇਆ। ਬਹੁਤ ਮਿਹਨਤ ਕਰਨੀ ਪਈ, ਬਹੁਤ ਸੰਘਰਸ਼ ਕਰਨਾ ਪਿਆ, ਬਹੁਤ ਵਾਰੀ ਪਰੇਸ਼ਾਨ ਹੋਣਾ ਪਿਆ ਪੁਲਿਸ ਤੋਂ, ਬਟ ਫਿਰ ਕਿਤੇ ਜਾ ਕੇ ਇਨਸਾਫ ਮਿਲਿਆ। ਹੁਣ ਜਦ ਦਾ ਇਹ ਪਰਚਾ ਦਰਜ ਹੋਇਆ ਜਾਂ ਇਸ ਤੋਂ ਥੋੜ੍ਹਾ ਜਿਹਾ ਪਹਿਲਾਂ ਵੀ ਇਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਸਮਝੌਤਾ ਕਰਾਉਣ ਦੀ, ਜਿਸ 'ਚ ਮੈਨੂੰ ਪੈਸੇ ਦੀ ਆਫਰ ਵੀ ਇਹਨਾਂ ਨੇ ਦਿੱਤੀ। ਅਤੇ ਮੇਰਾ ਹੁਣ ਇੱਕੋ ਇੱਕ ਸੀ ਨਿਸ਼ਚੈ ਕੀਤਾ ਹੋਇਆ ਦਿਲ 'ਚ ਕਿ ਇਸ ਬੰਦੇ ਨੂੰ ਸਜ਼ਾ ਕਰਾਉਣੀ ਹੈ। ਵਾਈਫ ਨੂੰ ਵੀ ਮੈਂ ਇਹੀ ਕਿਹਾ ਸੀ ਵੀ ਇਸ 'ਚ ਕੋਈ ਸਮਝੌਤਾ ਨਹੀਂ ਹੋਏਗਾ, ਹੁਣ ਆਪਾਂ ਸਜ਼ਾ ਕਰਾਉਣੀ ਹੈ। ਤਾਂ ਇਹਨਾਂ ਪੂਰੇ ਪ੍ਰੈਸ਼ਰਾਈਜ਼ ਕੀਤਾ ਅਤੇ ਥ੍ਰੈਟ ਵੀ ਆਪਣੇ ਗਨਮੈਨ ਤੋਂ, ਔਰ ਜੀਤ ਸਿੰਘ ਮੱਲੀ, ਖਾਸ ਕੇ ਜੀਤ ਸਿੰਘ ਮੱਲੀ ਪੁਲਿਸ ਇੰਸਪੈਕਟਰ ਰਿਟਾਇਰਡ ਹੈ, ਅਤੇ ਜਿਸ ਵੱਲੋਂ ਮੈਨੂੰ ਪਹਿਲਾਂ ਥ੍ਰੈਟ ਆਉਂਦੇ ਰਹੇ ਅਤੇ ਪੈਸੇ ਦੀ ਵੀ ਆਫਰ ਇਹਨੇ ਕੀਤੀ, ਪਰ ਮੈਂ ਕੋਈ ਗੱਲ ਨਹੀਂ, ਨਾ ਡਰਿਆ ਨਾ ਮੰਨਿਆ ਇਹਦੀ ਕੋਈ ਗੱਲ। ਉਸ ਤੋਂ ਬਾਅਦ ਇਹਦੀ ਕੱਲ੍ਹ ਦੀ ਗੱਲ ਹੈ,
ਕੱਲ੍ਹ ਇਸਨੇ 7 ਤਰੀਕ ਨੂੰ ਮੇਰੇ ਕਿਸੇ ਦੋਸਤ ਨੂੰ ਇਹ ਕਿਹਾ ਕਿ ਹੁਣ ਇਹਨੂੰ ਮਜ਼ਾ ਚੁਕਾਵਾਂਗੇ, ਹੁਣ ਛੱਡਦੇ ਨਹੀਂ ਹੈ ਅਸੀਂ। ਜੋ ਇਹਨੇ ਹਰਕਤ ਕੀਤੀ ਹੈ ਸਾਡੇ 'ਤੇ ਪਰਚਾ ਕਰਾ ਕੇ, ਮੇਰਾ ਕਹਿੰਦਾ ਭਰਾ ਸੀ ਉਹ ਛੋਟਾ ਜਿਸ 'ਤੇ ਪਰਚਾ ਕਰਾਤਾ ਝੂਠਾ। ਮੈਂ ਮੱਲੀ ਨੂੰ ਇੱਕੋ ਗੱਲ ਕਹਿਣਾ ਚਾਹੁੰਦਾ, ਤੇ ਜੇਕਰ ਮੇਰੀ ਦਰਖਾਸਤ ਝੂਠੀ ਹੋਈ ਮੈਨੂੰ ਫਾਂਸੀ ਲਾ ਦਿਓ, ਠੀਕ ਹੈ। ਬਾਕੀ ਇੰਨਾ ਕਿ ਜੀਤ ਸਿੰਘ ਮੱਲੀ ਤੋਂ ਅੱਜ ਮੈਨੂੰ ਪੂਰਾ ਖਤਰਾ ਹੈ ਤੇ ਪੂਰੀਆਂ ਧਮਕੀਆਂ ਦੇ ਰਿਹਾ, ਓਪਨਲੀ ਦੇ ਰਿਹਾ। ਤੇ ਜੋ ਕਰ ਮੇਰਾ ਕੋਈ ਨਫਾ ਨੁਕਸਾਨ ਹੁੰਦਾ ਹੈ ਤਾਂ ਜੀਤ ਸਿੰਘ ਮੱਲੀ ਜ਼ਿੰਮੇਵਾਰ ਹੈਗਾ ਤੇ ਡੀਐਸਪੀ ਸੰਜੀਵ ਸਾਗਰ। ਤਾਂ ਹੁਣ ਤੁਹਾਨੂੰ ਕੀ ਲੱਗਦਾ ਕਿ ਮੁਕੱਦਮਾ ਜ਼ਰੂਰ ਦਰਜ ਹੋ ਗਿਆ, ਜੁਡੀਸ਼ਲੀ ਦੇਖੇਗੀ, ਲੱਗਦਾ ਕਿ ਪੂਰਾ ਇਨਸਾਫ ਮਿਲ ਪਊਗਾ ਅੱਗੇ? ਦੇਖੋ ਜੀ, ਜਿਹੜੇ ਪੁਲਿਸ ਅਫਸਰਾਂ ਨੇ ਪਹਿਲਾਂ ਪਰਚਾ ਦਰਜ ਕੀਤਾ, ਇਨਸਾਫ ਤੋਂ ਉਮੀਦ ਤਾਂ ਹੈ। ਸਾਰੇ ਪੁਲਿਸ ਵਾਲੇ ਇੱਕੋ ਜਿਹੇ ਨਹੀਂ ਹੁੰਦੇ। ਬਾਕੀ ਭਗਵੰਤ ਮਾਨ ਸਾਹਿਬ ਦੀ ਸਰਕਾਰ ਹੈ, ਜਿਸ ਤੋਂ ਅਕਾਲੀ ਹੁੰਦੇ ਜਾਂ ਕਾਂਗਰਸ ਹੁੰਦੀ ਮੈਨੂੰ ਕਦੇ ਇਨਸਾਫ ਦੀ ਉਮੀਦ ਹੀ ਨਹੀਂ, ਮੈਂ ਕਰ ਹੀ ਨਹੀਂ ਸਕਦਾ ਸੀ। ਜੇਕਰ ਅੱਜ ਭਗਵੰਤ ਮਾਨ ਜੀ ਦੀ ਸਰਕਾਰ ਹੈ, ਅੱਛੇ ਅਫਸਰ ਨੇ ਪੁਲਿਸ ਦੇ, ਤਾਂ ਕੋਈ ਉਮੀਦ ਜਾਗੀ ਸੀ। ਤਾਂ ਹੁਣ ਤੱਕ ਇਹਨਾਂ ਦੀ ਸਰਕਾਰ ਹੈ ਆਪ ਦੀ, ਤਾਂ ਹੀ ਇੱਥੇ ਤੱਕ ਮੈਂ ਪਹੁੰਚਿਆ। ਅਤੇ ਬਾਕੀ ਇਨਸਾਫ ਦੀ ਗੱਲ ਰਹੀ, ਅੱਛੇ ਅਫਸਰ ਲੱਗੇ ਹੋਏ ਨੇ। ਇਨਕੁਆਇਰੀ ਮੈਡਮ ਹਰਵੰਤ ਕੌਰ ਕਰ ਰਹੇ ਨੇ, ਐਸਪੀ ਹੈੱਡਕੁਆਰਟਰ ਪਟਿਆਲਾ, ਅਤੇ ਮੈਨੂੰ ਪੂਰੀ ਉਮੀਦ ਹੈ। ਗ੍ਰਿਫਤਾਰੀ ਹੋਈ ਹੈ ਜੀ ਹਾਲੇ ਤੱਕ? ਹਾਲੇ ਤੱਕ ਗ੍ਰਿਫਤਾਰੀ ਹੋਈ ਨਹੀਂ ਜੀ, ਬਟ ਉਮੀਦ ਹੈ। ਮੈਂ ਇਹੀ ਚਾਹੁੰਦਾ ਵੀ ਅਫਸਰਾਂ ਨੂੰ ਕਿ ਛੇਤੀ ਤੋਂ ਛੇਤੀ ਇਸ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਜਾਏ ਅਤੇ ਡਿਸਮਿਸ ਸਸਪੈਂਡ ਜੋ ਵੀ ਬਣਦੀ ਹੈ, ਯਾਨੀ ਡਿਪਾਰਟਮੈਂਟ ਦੀ ਕਾਰਵਾਈ ਉਹ ਕਰਨੀ ਚਾਹੀਦੀ ਹੈ। ਅਤੇ ਸਾਡੀ ਥੋੜ੍ਹਾ ਜਿਹਾ ਜੀਤ ਸਿੰਘ ਮੱਲੀ ਖਾਸ ਕਰਕੇ ਮੈਂ ਦੁਬਾਰਾ ਫੇਰ ਕਹਿ ਰਿਹਾ, ਉਸ ਤੋਂ ਸਾਡੀ ਰੱਖਿਆ ਦਾ ਕੋਈ ਪ੍ਰਸ਼ਾਸਨ ਨੂੰ ਇੰਤਜ਼ਾਮ ਕਰਨਾ ਚਾਹੀਦਾ, ਪੁਲਿਸ ਨੂੰ ਕਰਨਾ ਚਾਹੀਦਾ। ਤਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ, ਇੱਕ ਪਰਿਵਾਰ ਹੈ ਜਿਹੜਾ ਕਿਰਾਏ ਦੇ ਮਕਾਨ ਤੇ ਰਹਿੰਦਾ ਹੈ। ਡੀਐਸਪੀ ਦਾ ਮਕਾਨ ਹੁੰਦਾ ਹੈ ਤਾਂ ਕਿਸ ਤਰ੍ਹਾਂ ਚਾਹ ਦੇ ਬਹਾਨੇ ਦੇ ਨਾਲ ਬੁਲਾਇਆ ਜਾਂਦਾ ਹੈ, ਤਾਂ ਉਸ ਦੇ ਨਾਲ ਗਲਤ ਵਿਹਾਰ ਕੀਤਾ ਜਾਂਦਾ ਹੈ, ਬਲਾਤਕਾਰ ਕੀਤਾ ਜਾਂਦਾ ਹੈ। ਤਾਂ ਬੱਚਿਆਂ ਦੇ ਖਾਤਰ, ਆਦਮੀ ਦੇ ਖਾਤਰ ਕਿ ਉਹਨਾਂ ਦੇ ਕੋਈ ਮਾੜਾ ਸਮਾਂ ਨਾ ਲਿਆ ਦੇਵੇ, ਕੋਈ ਪਰਚਾ ਨਾ ਦਰਜ ਕਰਾ ਦੇਵੇ, ਤਾਂ ਕਈ ਸਾਲ ਤੱਕ ਜਿਹੜੀ ਇਹ ਗੱਲ ਲੁਕੋ ਕੇ ਰੱਖੀ। ਬੱਚੇ ਬਾਹਰ ਚਲੇ ਗਏ, ਫਿਰ ਦੁਬਾਰਾ ਇਹਨਾਂ ਦੇ ਘਰ ਆਉਂਦਾ, ਫਿਰ ਥ੍ਰੈਟ ਕਰਦਾ, ਫਿਰ ਬੁਲਾਉਣ ਦੀ ਕੋਸ਼ਿਸ਼ ਕਰਦਾ। ਤਾਂ ਫਿਰ ਲੇਡੀ ਜਿਹੜੀ ਹੈਗੀ ਹੈ ਉਹ ਆਪਣੇ ਹਸਬੈਂਡ ਨੂੰ ਸਾਰੀ ਗੱਲ ਦੱਸਦੀ ਹੈ। ਤਾਂ ਫਿਰ ਇਹਨਾਂ ਨੇ ਬੀੜਾ ਚੁੱਕ ਲੈਂਦੇ ਨੇ ਕਿ ਇਸ 'ਤੇ ਪਰਚਾ ਵੀ ਜਿਹੜਾ ਦਰਜ ਹੋਇਆ। ਤਾਂ ਤੁਹਾਨੂੰ ਦੱਸਿਆ ਕਿਸ ਤਰ੍ਹਾਂ ਦਰ ਦੀ ਠੋਕਰ ਜਿਹੜੀ ਆ ਉਹ ਖਾਣੀ ਪਈ। ਤਾਂ ਅਖੀਰ ਆ ਕੇ 2022 ਦੇ ਵਿੱਚ ਜਿਹੜੀ ਆ ਹੁਣ ਪਰਚਾ ਦਰਜ ਹੋ ਗਿਆ। ਗ੍ਰਿਫਤਾਰੀ ਭਾਵੇਂ ਨਹੀਂ ਹੋਈ, ਪਰਚਾ ਦਰਜ ਹੋਣ ਤੋਂ ਬਾਅਦ ਵੀ ਜਿਹੜੇ ਥ੍ਰੈਟ ਹੈਗੇ ਨੇ ਉਹ ਇਹਨਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਹਲੇ ਵੀ ਆ ਰਹੇ ਨੇ। ਹੁਣ ਮਾਮਲਾ ਕੋਰਟ ਦੇ ਵਿੱਚ ਪਹੁੰਚ ਚੁੱਕਿਆ ਹੈ। ਹੁਣ ਜੁਡੀਸ਼ਲੀ ਦੇਖੇਗੀ, ਜੱਜ ਸਾਹਿਬ ਦੇਖਣਗੇ ਕੌਣ ਸਹੀ ਹੈ ਕੌਣ ਗਲਤ ਹੈ। ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ। ਤਾਂ ਕੈਮਰਾਮੈਨ ਅਮਨ ਦੇ ਨਾਲ ਮੈਂ ਰਣਦੀਪ ਸਿੰਘ, ਪਟਿਆਲਾ।